हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬੀ ਸਾਹਿਤ ਦੀ ਜਮਾਤ ਵਿੱਚ, ਜਿਹਦੇ ਵਿੱਚ ਆਪਾਂ ਪੰਜਾਬੀ ਆਧੁਨਿਕ ਨਾਵਲ ਬਾਰੇ ਪੜ੍ਹ ਰਹੇ ਸੀ। ਆਧੁਨਿਕ ਨਾਵਲਾਂ ਦੇ ਵਿੱਚ ਆਪਾਂ ਆਪਣੀ ਆਖਰੀ ਜਮਾਤ ਸੀ ਜਿਹੜੀ, ਉਹਦੇ ਵਿੱਚ ਸ੍ਰੀ ਰਾਮ ਸਰੂਪ ਅਣਖੀ ਆਪਾਂ ਪੜ੍ਹਿਆ ਸੀਗਾ। ਹੁਣ ਆਪਾਂ ਪੜ੍ਹਦੇ ਹਾਂ ਨਿਰੰਜਨ ਤਸਨੀਮ, ਜਿਵੇਂ ਕਿ ਇਹ ਫਸਟ ਗ੍ਰੇਡ ਦੇ ਵਿੱਚ ਹੀ ਦੇ ਰੱਖਿਆ ਨਿਰੰਜਨ ਤਸਨੀਮ, ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਲਓ ਜੀ, ਨਿਰੰਜਨ ਤਸਨੀਮ उर्दू हिंदी अंग्रेजी पंजाबी 4 ਜ਼ਬਾਨਾਂ ਦੇ ਵਿੱਚ ਨਾਵਲ ਲਿਖਿਆ। ਪਹਿਲਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ, ਕਿਹੜਾ ਨਾਵਲਕਾਰ ਹੈ ਜੋ 4 ਜ਼ਬਾਨਾਂ ਦੇ ਵਿੱਚ ਨਾਵਲ ਲਿਖ ਚੁੱਕਿਆ, 4 ਭਾਸ਼ਾਵਾਂ ਦੇ ਵਿੱਚ ਨਾਵਲ ਲਿਖ ਚੁੱਕਿਆ। ਉਹਦਾ ਨਾਮ ਹੈ ਜੀ ਨਿਰੰਜਨ ਤਸਨੀਮ। ਉਰਦੂ ਹਿੰਦੀ ਅੰਗਰੇਜ਼ੀ ਤੇ ਪੰਜਾਬੀ। ਪਰਛਾਵੇਂ, ਤਰੇੜਾ ਤੇ ਰੂਪ, ਹਨੇਰਾ ਹੋਣ ਤੱਕ, ਕਸਕ, ਰੇਤ ਛਲ, ਇਹ ਦੇ ਕੁਝ ਕੁ ਨਾਵਲਾਂ ਦੇ ਮੈਂ ਨਾਮ ਵੈਸੇ ਹੀ ਕਾਮਨ ਲਿਖੇ, ਅੱਗੇ ਬਾਕੀ ਆ ਜਾਣੇ ਆ ਸਾਰੇ ਨਾਵਲਾਂ ਦੇ ਨਾਮ, ਲਗਭਗ ਸਾਰਿਆਂ ਦੇ ਆ ਜਾਣਗੇ। ਨਿਰੰਜਨ ਤਸਨੀਮ ਇੱਕ ਇਹੋ ਜਿਹਾ ਨਾਵਲਕਾਰ ਹੈ ਜੋ ਨਾਵਲਕਾਰ ਵੀ ਹੈ ਤੇ ਨਾਵਲ ਆਲੋਚਕ ਵੀ ਹੈ। ਇਸ ਦੀਆਂ ਨਾਵਲ ਦੀਆਂ ਪੁਸਤਕਾਂ ਤਾਂ ਹੈ ਹੀ ਹੈ, ਵੀ ਨਾਵਲ ਤਾਂ ਬਹੁਤ ਲਿਖੇ ਆ ਇਹਨੇ, ਜਿੰਨੇ ਵੀ ਲਿਖੇ ਹੋਏ ਆ ਦੇਖੋ ਇਹਨਾਂ ਦੇ ਨਾਮ ਆ ਗਏ ਆ ਸਾਰਿਆਂ ਦੇ ਲਗਭਗ। ਹਾਂ, ਅੱਗੇ ਮੈਂ ਹੋਰ ਵੀ ਕਿਤੇ ਪੂਰੀ ਲਿਸਟ ਦਿੱਤੀ ਹੋਣੀ ਹੈ ਸ਼ਾਇਦ। ਹਾਂ ਚਲੋ ਕੋਈ ਨਹੀਂ, ਵਿੱਚ ਦਿੱਤੀ ਹੋਈ ਆ, ਦੇਖੋ ਨਾਵਲਾਂ ਦੇ ਨਾਮ ਦਿੱਤੇ ਹੋਏ ਆ, ਨਾਵਲਾਂ ਦੇ ਨਾਮ ਲਿਖ ਕੇ ਜਿਵੇਂ ਲਿਖਿਆ ਹੋਇਆ ਨਾਮ। ਹਾਂਜੀ, ਆ ਦੇਖੋ ਨਾਵਲਾਂ ਦੇ ਨਾਮ ਲਿਖੇ। ਪਰ ਇਹਦੇ ਵਿੱਚ ਕੀ ਹੈ ਕਿ ਇਹ ਨਾਵਲਕਾਰ ਵੀ ਹੈ, ਮਤਲਬ ਨਾਵਲ ਰਚਨਾ ਵੀ ਕਰਦਾ ਤੇ ਉਹਦੇ ਨਾਲ ਨਾਲ ਨਾਵਲ ਆਲੋਚਕ ਵੀ ਹੈ। ਇਹਦੀਆਂ ਨਾਵਲ ਦੇ ਨਾਲ ਸੰਬੰਧਿਤ ਆਲੋਚਨਾ ਦੀਆਂ ਪੁਸਤਕਾਂ ਵੀ ਮਿਲ ਜਾਂਦੀਆਂ ਹਨ, ਆਲੋਚਨਾ ਵੀ ਕਰਦਾ ਇਹ। ਅੱਗੇ ਦੇਖੋ, ਮਨੁੱਖੀ ਮਨ ਦੀਆਂ ਦੁਬਿਧਾਵਾਂ ਉਲਝਣਾ ਸਿਰਜਣ ਵਾਲਾ ਇੱਕ ਪ੍ਰਯੋਗਵਾਦੀ ਨਾਵਲਕਾਰ ਹੈ ਜਿਹਦਾ ਨਾਮ ਹੈ ਨਿਰੰਜਨ ਤਸਨੀਮ। ਆਪਾਂ ਜਦੋਂ ਪੰਜਾਬੀ ਨਾਟਕ ਪੜ੍ਹਾਂਗੇ ਉਦੋਂ ਆਪਾਂ ਇੱਕ ਨਾਟਕਕਾਰ ਪੜ੍ਹਾਂਗੇ ਸੁਰਜੀਤ ਸਿੰਘ ਸੇਠੀ। ਸੁਰਜੀਤ ਸਿੰਘ ਸੇਠੀ ਨੇ ਬੜੇ ਪ੍ਰਯੋਗ ਕੀਤੇ ਨਾਟਕਾਂ ਦੇ ਵਿੱਚ, ਤੇ ਉਵੇਂ ਹੀ ਬਿਲਕੁਲ ਨਿਰੰਜਨ ਤਸਨੀਮ ਨੇ ਨਾਵਲਾਂ ਦੇ ਵਿੱਚ ਬੜੇ ਪ੍ਰਯੋਗ ਕੀਤੇ। ਅਗਰ ਮੈਂ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕਹੋ ਵੀ ਸਰ ਕਾਮਨ ਚੀਜ਼ ਕੀ ਆ, ਮਤਲਬ ਅਗਰ ਪ੍ਰਸ਼ਨ ਬਣੇ ਕਿ ਪੰਜਾਬੀ ਨਾਵਲਾਂ ਦੇ ਵਿੱਚ ਨਿਰੰਜਨ ਤਸਨੀਮ ਦਾ ਉਹੀ ਸਥਾਨ ਹੈ ਜਿਹੜਾ ਕਿ ਪੰਜਾਬੀ ਨਾਟਕਾਂ ਦੇ ਵਿੱਚ ਸੁਰਜੀਤ ਸਿੰਘ ਸੇਠੀ ਦਾ। ਨਾਟਕਾਂ ਦੇ ਵਿੱਚ ਪੜ੍ਹਾਂਗੇ ਆਪਾਂ ਸੁਰਜੀਤ ਸਿੰਘ ਸੇਠੀ ਨੂੰ, ਤੁਸੀਂ ਦੇਖ ਲਿਓ ਸਿਲੇਬਸ ਦੇ ਵਿੱਚ ਦਿੱਤਾ ਹੋਇਆ, ਜ਼ਿਕਰ ਕੀਤਾ ਹੋਇਆ। ਤਾਂ ਉਹ ਹੈ ਜਿਹੜਾ ਉਹ ਵੀ ਬਹੁਤ ਸਾਰੇ ਪ੍ਰਯੋਗ ਕਰਦਾ, ਨਵੇਂ ਪ੍ਰਯੋਗ ਕਰਦਾ, ਨਵੇਂ ਤਰੀਕੇ, ਨਵੀਆਂ ਵਿਧੀਆਂ ਅਪਣਾਉਂਦਾ ਆਪਣੇ ਨਾਟਕਾਂ ਨੂੰ ਲਿਖਣ ਦੇ ਵਿੱਚ ਸੁਰਜੀਤ ਸਿੰਘ ਸੇਠੀ। ਬਿਲਕੁਲ ਉਸੇ ਤਰ੍ਹਾਂ ਨਿਰੰਜਨ ਤਸਨੀਮ ਵੀ ਆਪਣੇ ਨਾਵਲਾਂ ਦੇ ਵਿੱਚ ਕੀ ਕਰਦਾ ਹੈ, ਨਵੀਆਂ ਵਿਧੀਆਂ ਦੀ ਵਰਤੋਂ, ਨਵੇਂ ਪ੍ਰਯੋਗ। ਮਨੁੱਖੀ ਮਨ ਦੀਆਂ ਦੁਬਿਧਾਵਾਂ ਉਲਝਣਾ ਸਿਰਜਣ ਵਾਲਾ ਇਹ ਇੱਕ ਪ੍ਰਯੋਗਵਾਦੀ ਨਾਵਲਕਾਰ ਹੈ। ਮਨੁੱਖੀ ਮਨ ਦੀਆਂ ਦੁਬਿਧਾਵਾਂ, ਮਨੋਵਿਸ਼ਲੇਸ਼ਣ, ਜਿਹੜਾ ਸਾਈਕੋਲੋਜੀ ਦੇ ਨਾਲ ਸੰਬੰਧਿਤ, ਮਾਨਸਿਕਤਾ ਦੇ ਨਾਲ ਸੰਬੰਧਿਤ ਇਹ ਚੀਜ਼ਾਂ ਜਿਹੜੀਆਂ ਇਹ। ਲਓ ਜੀ, ਹੁਣ ਮਨੋਵਿਸ਼ਲੇਸ਼ਣ ਦੇ ਨਾਲ ਸੰਬੰਧਿਤ ਗੱਲਾਂ ਆ ਗਈਆਂ, ਸਾਈਕੋਲੋਜੀ ਮਨੋਵਿਗਿਆਨ ਦੇ ਨਾਲ ਸੰਬੰਧਿਤ ਆ ਗਈਆਂ ਗੱਲਾਂ, ਤੇ ਉਹ ਗੱਲਾਂ ਨੂੰ ਪੰਜਾਬੀ ਨਾਵਲ ਦੇ ਵਿੱਚ ਲਿਆਉਣ ਵਾਲਾ ਕੌਣ ਹੈ ਜੀ? ਉਹ ਹੈਗਾ ਨਿਰੰਜਨ ਤਸਨੀਮ। ਬਹੁਤ ਯੋਗਦਾਨ ਹੈ ਇਹਦਾ ਇੱਥੇ ਆਣ ਕੇ, ਕਿਉਂਕਿ ਬੰਦਾ ਸਿਰਫ ਯਥਾਰਥਵਾਦੀ ਨਹੀਂ ਹੈ, ਬੰਦਾ ਸਿਰਫ ਪ੍ਰਕਿਰਤੀਵਾਦੀ ਨਹੀਂ ਹੈ, ਆਦਰਸ਼ਵਾਦੀ ਨਹੀਂ ਹੈ, ਹੋਰ ਵੀ ਕੁਛ ਹੈ। ਉਸ ਦੀਆਂ ਮਾਨਸਿਕ ਉਲਝਣਾਂ ਕਿੰਨੀਆਂ ਹੈ ਨਾ, ਉਹਦੇ ਵਿੱਚ ਮਤਲਬ ਕਿੰਨੀਆਂ ਗੱਲਾਂ ਦਾ ਜ਼ਿਕਰ ਹੈ। ਉਸ ਦਾ ਦ੍ਰਿਸ਼ਟੀਕੋਣ ਹੈ ਜਿਹੜਾ ਉਹ ਹਮੇਸ਼ਾ ਇੱਕਸਾਰ ਨਹੀਂ ਰਹਿੰਦਾ ਗਾ। ਬੰਦਾ ਹਮੇਸ਼ਾ ਆਦਰਸ਼ਵਾਦੀ ਬਣ ਕੇ ਨਹੀਂ ਰਹਿ ਸਕਦਾ। ਕਦੀ ਕਦੀ ਉਹਦਾ ਮਨ ਖੰਡਿਤ ਅਵਸਥਾ ਦੇ ਵਿੱਚ ਹੁੰਦਾ, ਕਦੀ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਹੁੰਦਾ ਜਦੋਂ ਉਹਦੇ ਸਿਰ 'ਤੇ ਵਾਸ਼ਨਾ ਜਿਹੜੀ ਉਹ ਪੂਰੀ ਭਾਰੂ ਹੋਈ ਹੁੰਦੀ ਹੈ, ਉਦੋਂ ਉਹਦਾ ਆਦਰਸ਼ਵਾਦ ਪਤਾ ਨਹੀਂ ਕਿੱਥੇ ਗਿਆ ਹੁੰਦਾ। ਇਸੇ ਨੂੰ ਤਾਂ ਕਿਹਾ ਜਾਂਦਾ ਮਨੋਵਿਸ਼ਲੇਸ਼ਣਵਾਦ, ਇਸੇ ਨੂੰ ਤਾਂ ਆਪਾਂ ਮਨੋਵਿਗਿਆਨ ਕਹਿੰਦੇ ਹਾਂ। ਸਿਗਮੰਡ ਫਰਾਇਡ ਦਾ ਸਿਧਾਂਤ, ਸਿਗਮੰਡ ਫਰਾਇਡ ਦਾ ਜਦੋਂ ਅਸਰ ਇੰਨਾ ਕੁ ਪਿਆ ਤਾਂ ਉਹ ਅਸਰ ਹੈ ਜਿਹੜਾ ਉਹ ਪੰਜਾਬੀ ਸਾਹਿਤ ਦੇ ਉੱਪਰ ਵੀ ਪਿਆ, ਪੰਜਾਬੀ ਨਾਵਲਾਂ ਦੇ ਉੱਪਰ ਵੀ ਪਿਆ, ਤੇ ਉਹ ਨਿਰੰਜਨ ਤਸਨੀਮ ਦੇ ਉੱਪਰ ਵੀ ਪਿਆ। ਮਨੁੱਖੀ ਮਨ ਦੀਆਂ ਦੁਬਿਧਾਵਾਂ ਉਲਝਣਾ ਸਿਰਜਣ ਵਾਲਾ ਇੱਕ ਪ੍ਰਯੋਗਵਾਦੀ ਨਾਵਲਕਾਰ ਹੈ। ਤਕਨੀਕੀ ਤਜਰਬਿਆਂ ਉੱਤੇ ਲੋੜੋਂ ਵੱਧ ਧਿਆਨ ਕੇਂਦਰਿਤ ਕਰਨ ਕਾਰਨ ਸੰਤ ਸਿੰਘ ਸੇਖੋਂ ਉਸ ਨੂੰ ਕਾਰੀਗਰ ਨਾਵਲਕਾਰ ਕਹਿੰਦਾ ਹੈ। ਕਾਰੀਗਰ ਨਾਵਲਕਾਰ ਇਸ ਨੂੰ ਕਿਹਾ ਜਾਂਦਾ ਹੈ। ਅਗਰ ਪ੍ਰਸ਼ਨ ਆ ਜਾਵੇ ਵੀ ਪੰਜਾਬੀ ਸਾਹਿਤ ਵਿੱਚ ਕਾਰੀਗਰ ਨਾਵਲ ਕੌਣ ਹੈ, ਕਾਰੀਗਰ ਨਾਵਲਕਾਰ ਕਿਹੜਾ ਹੈ, ਤਾਂ ਉਹ ਹੈਗਾ ਜੀ ਨਿਰੰਜਨ ਤਸਨੀਮ। ਕਾਰੀਗਰ ਨਾਵਲਕਾਰ ਇਹਨੂੰ ਕਿਹਾ ਕਿਹਨੇ ਆ? ਦੂਸਰਾ ਪ੍ਰਸ਼ਨ ਜੀ ਸੰਤ ਸਿੰਘ ਸੇਖੋਂ ਨੇ। ਕਿਉਂ ਕਿਹਾ? ਤੀਸਰਾ ਪ੍ਰਸ਼ਨ, ਕਿਉਂਕਿ ਇਹ ਤਕਨੀਕੀ ਤਜਰਬਿਆਂ ਦੇ ਉੱਪਰ ਲੋੜ ਤੋਂ ਜ਼ਿਆਦਾ ਧਿਆਨ, ਜ਼ਰੂਰਤ ਤੋਂ ਜ਼ਿਆਦਾ ਧਿਆਨ ਦਿੰਦਾ। ਤਕਨੀਕੀ ਤਜਰਬੇ ਕਰਨ ਦੇ ਵਿੱਚ, ਪ੍ਰਯੋਗ ਕਰਨ ਦੇ ਵਿੱਚ, ਪ੍ਰਯੋਗ ਤਜਰਬਾ
ਨਵੀਂ ਮਤਲਬ ਕੀ ਹੈ ਵੀ ਕਾਢ ਕੱਢਣ ਦੇ ਵਿੱਚ ਇਹ ਮਤਲਬ ਜ਼ਿਆਦਾ ਧਿਆਨ ਦਿੰਦਾ। ਇਸ ਕਰਕੇ ਸੰਤ ਸਿੰਘ ਸੇਖੋਂ ਇਸ ਨੂੰ ਕਾਰੀਗਰ ਨਾਵਲਕਾਰ ਕਹਿੰਦਾ। ਇਹਦੇ ਨਾਵਲਾਂ ਦੇ ਨਾਮ ਕਸਕ ਪਰਛਾਵੇਂ, ਤਰੇੜਾ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਅਜਨਬੀ ਲੋਕ, ਜੁਗਾਂ ਪਾਰ, ਤਨਹਾਈ ਦੇ ਪਲ, ਗੁਆਚੇ ਅਰਥ। ਗੁਆਚੇ ਅਰਥ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਤਲਾਸ਼ ਕੋਈ ਸਦੀ ਵੀ, ਇਹ ਆ ਜੀ ਇਹਦੇ ਮਤਲਬ ਨਾਵਲ ਜਿਹੜੇ ਲਿਖਦੇ ਆ। ਮਨੋਵਿਗਿਆਨਿਕ ਪਾਤਰ ਉਸਾਰੀ ਹੈ। ਪਾਤਰ ਉਸਾਰੀ ਜਿਹੜੀ ਕਿਹੜੀ ਹੈ ਜੀ, ਉਹ ਹੈਗੀ ਆ ਮਨੋਵਿਗਿਆਨਿਕ। ਜਿਵੇਂ ਨਾਨਕ ਸਿੰਘ ਦੇ ਜਿਹੜੇ ਪਾਤਰ ਹਨ ਉਹਨਾਂ ਦੀ ਉਸਾਰੀ ਹੈ ਜਿਹੜੀ ਉਹ ਹੋਊਗੀ ਜੀ ਆਪਣੇ ਜਿਹਨੂੰ ਆਪਾਂ ਕਿਹਾ ਸੀਗਾ ਨਾਮ ਉਹਦਾ, ਜਿਵੇਂ ਸੁਰਿੰਦਰ ਸਿੰਘ ਨਰੂਲੇ ਦੀ ਯਥਾਰਥ ਦੇ ਆਧਾਰਿਤ ਹੈ ਨਾ, ਨਾਨਕ ਸਿੰਘ ਦੀ ਆਦਰਸ਼ਵਾਦੀ ਨਾਵਲ ਉਹਦੇ ਹੈਗੇ ਆ। ਤਾਂ ਇਵੇਂ ਕਰਕੇ ਹੀ ਜਿਹੜੇ ਇਹਦੇ ਨਿਰੰਜਨ ਤਸਨੀਮ ਦੇ ਨਾਵਲਾਂ ਦੀ ਪਾਤਰ ਉਸਾਰੀ ਹੈ ਉਹ ਹੈ ਜੀ ਮਨੋਵਿਗਿਆਨ 'ਤੇ ਆਧਾਰਿਤ ਹੈ, ਪਰ ਉਹਨਾਂ ਦੇ ਆਰਥਿਕ ਸਾਂਸਕ੍ਰਿਤਿਕ ਸੰਦਰਭ ਆ ਜਿਹੜੇ ਉਹ ਅਧੂਰੇ ਰਹਿ ਜਾਂਦੇ ਨੇ। ਮਤਲਬ ਕੀ ਹੈ ਕਿ ਇਹ ਉਹਨਾਂ ਦੇ ਮਾਨਸਿਕ ਵਿਸ਼ਲੇਸ਼ਣ ਨੂੰ ਮਾਨਸਿਕ ਅਵਸਥਾ ਨੂੰ ਇੰਨਾ ਕੁ ਮਤਲਬ ਉਹ ਉਸ ਦਾ ਜ਼ਿਕਰ ਕਰਨ ਦੇ ਵਿੱਚ ਇੰਨਾ ਕੁ ਰੁੱਝ ਜਾਂਦਾ ਹੈ ਨਿਰੰਜਨ ਤਸਨੀਮ ਕਿ ਬਾਕੀ ਜਿਹੜੇ ਆਰਥਿਕ ਸਾਂਸਕ੍ਰਿਤਿਕ ਸੰਦਰਭ ਹੈ ਜਿਹੜੇ ਉਹਨਾਂ ਨੂੰ ਉਹ ਅਣਗੌਲੇ ਕਰ ਦਿੰਦਾ, ਉਹਨਾਂ ਨੂੰ ਇੱਕ ਪਾਸੇ ਛੱਡ ਦਿੰਦਾ, ਸਿਰਫ ਬੰਦੇ ਦੀ ਮਾਨਸਿਕਤਾ ਦੀ ਗੱਲ ਕਰਦਾ ਹੈ। ਸ਼ਹਿਰੀ ਮੱਧ ਸ਼੍ਰੇਣੀ ਦੀਆਂ ਕਾਮਨਾਵਾਂ ਤੇ ਇੱਛਾਵਾਂ ਨੂੰ ਪੇਸ਼ ਕੀਤਾ ਹੈ। ਸ਼ਹਿਰੀ ਮੱਧ ਸ਼੍ਰੇਣੀ ਦੇ ਨਾਲ ਸੰਬੰਧਿਤ ਹੈ ਬੇਟਾ ਜੀ ਇਹ ਨਿਰੰਜਨ ਤਸਨੀਮ ਦੇ ਨਾਵਲਾਂ ਦੇ ਵਿੱਚ। ਕਿਹੜੀ ਸ਼੍ਰੇਣੀ ਦਾ ਜ਼ਿਕਰ ਹੈ? ਮੱਧ ਸ਼੍ਰੇਣੀ। ਅੱਗੇ ਕਿਹੜੀ? ਮੱਧ ਪੇਂਡੂ ਜਾਂ ਮੱਧ ਸ਼ਹਿਰੀ? ਸ਼ਹਿਰੀ ਮੱਧ ਸ਼੍ਰੇਣੀ ਦਾ ਜ਼ਿਕਰ ਕੀਤਾ ਹੈ। ਜੁਗਾਂ ਤੋਂ ਪਾਰ ਜਿਹੜਾ ਇਹ ਨਾਵਲ ਹੈ ਇਹਦੇ ਬਾਰੇ ਦੇਖੋ। ਕਾਲ ਅੰਤਰ ਦੀਆਂ ਵਿਥਾਂ ਨੂੰ ਮੇਟ ਕੇ ਆਧੁਨਿਕ ਚਿੱਤਰਕਾਰ ਦੇ ਜੀਵਨ ਬਿਰਤਾਂਤ ਨੂੰ ਹੋਮਰ ਆਦਿ ਮਹਾਕਵੀਆਂ ਨਾਲ ਸੰਯੁਕਤ ਕਰਕੇ ਵਾਸਤਵਿਕਤਾ ਦੀਆਂ ਪਰਤਾਂ ਨੂੰ ਫਰੋਲਿਆ ਹੈ। ਕਾਲ ਅੰਤਰ ਦੀਆਂ ਵਿਥਾਂ ਨੂੰ ਮੇਟਿਆ ਹੈ। ਇੱਕ ਸਮਕਾਲ ਦਾ ਬੰਦਾ ਲਿਆ, ਇੱਕ ਕੋਈ ਪਿਛਲੇ ਸਮੇਂ ਦੇ ਵਿੱਚ 100-150 ਸਾਲ ਪਹਿਲਾਂ ਹੋਇਆ ਬੰਦੇ ਨੂੰ, ਦੋਨਾਂ ਦੇ ਜੀਵਨ ਨੂੰ ਸਮਕਾਲ ਦੇ ਵਿੱਚ ਰੱਖਿਆ ਹੈ, ਦੋਨਾਂ ਦੇ ਜੀਵਨ ਨੂੰ ਬਰਾਬਰ ਰੱਖਿਆ। ਇਸ ਨੂੰ ਕਿਹਾ ਜਾਂਦਾ ਕਾਲ ਅੰਤਰ ਦੀਆਂ ਵਿਥਾਂ ਨੂੰ ਮੇਟਣਾ। ਕਾਲ ਅੰਤਰ ਜਿਹੜਾ ਹੋ ਗਿਆ, ਦੋਨਾਂ ਦੇ ਸਮੇਂ ਦੇ ਅੰਤਰ ਨੂੰ ਮੇਟ ਦੇਣਾ, ਦੋਨਾਂ ਨੂੰ ਇੱਕੋ ਸਮੇਂ ਲੈ ਆਉਣਾ। ਇੱਕ ਆਧੁਨਿਕ ਚਿੱਤਰਕਾਰ ਹੈ, ਉਸ ਦੇ ਜੀਵਨ ਬਿਰਤਾਂਤ ਨੂੰ ਹੋਮਰ ਮਹਾਕਵੀ ਇੱਕ ਜਿਹੜਾ ਹੋਇਆ ਉਸ ਦੇ ਨਾਲ ਸੰਯੁਕਤ ਕਰਕੇ ਵਾਸਤਵਿਕਤਾ ਦੀਆਂ ਪਰਤਾਂ ਨੂੰ ਫਰੋਲਿਆ ਹੈ। ਇਹ ਨਾਵਲ ਵਿਸ਼ਾ ਕਿਹੜੇ ਨਾਵਲ ਦਾ ਵਿਸ਼ਾ ਹੈ? ਜੁਗਾਂ ਤੋਂ ਪਾਰ ਨਾਵਲ ਦਾ ਵਿਸ਼ਾ ਹੈ। ਇੱਕ ਹੋਰ ਨਵਾਂ ਸਾਲ ਇੱਕ ਰਿਕਸ਼ਾ ਚਾਲਕ ਦੀ ਮਨੋਸਥਿਤੀ ਨੂੰ ਸ਼ਹਿਰ ਦੀ ਤਿੱਖੀ ਰਫ਼ਤਾਰ ਦੇ ਟਾਕਰੇ ਰੱਖ ਕੇ ਆਂਤਰਿਕ ਮਨੋਬਚਨੀ ਵਿਧੀ ਨੂੰ ਅਪਣਾਇਆ ਹੈ। ਸੋ ਇੱਕ ਕਹਿ ਲਓ ਇਸ ਤਰ੍ਹਾਂ ਦਾ ਵੀ ਇੱਕ ਮਜ਼ਦੂਰ ਸ਼੍ਰੇਣੀ, ਸ਼ਹਿਰੀ ਮਜ਼ਦੂਰ ਸ਼੍ਰੇਣੀ ਦੇ ਨਾਲ ਸੰਬੰਧਿਤ ਇਹਦਾ ਇੱਕ ਨਾਵਲ ਹੈ ਜਿਹਦਾ ਨਾਮ ਹੈ ਇੱਕ ਹੋਰ ਨਵਾਂ ਸਾਲ। ਇੱਕ ਹੋਰ ਨਵਾਂ ਸਾਲ ਦੇ ਵਿੱਚ ਕੀ ਹੈ? ਸ਼ਹਿਰ ਦੇ ਵਿੱਚ ਜਿਹੜੇ ਰਿਕਸ਼ਾ ਚਾਲਕ ਨਹੀਂ ਹੁੰਦੇ ਉਹਨਾਂ ਦੀ ਮਨੋਸਥਿਤੀ ਨੂੰ ਸ਼ਹਿਰ ਦੀ ਤਿੱਖੀ ਰਫ਼ਤਾਰ ਦੇ ਮੁਕਾਬਲੇ ਜਿਹੜਾ ਉਸ ਨੂੰ ਦਰਸਾਇਆ ਗਿਆ ਹੈ। ਆਂਤਰਿਕ ਮਨੋਬਚਨੀ ਵਿਧੀ ਨੂੰ ਅਪਣਾਇਆ ਗਿਆ ਹੈ। ਆਂਤਰਿਕ ਮਨੋਬਚਨੀ ਵਿਧੀ ਨੂੰ ਮਤਲਬ ਆਪਣੇ ਆਪ ਦੇ ਨਾਲ, ਮਨ ਦੇ ਨਾਲ ਬਚਨ ਕਰਨੇ, ਆਪਣੇ ਆਪ ਨਾਲ ਗੱਲਾਂ ਕਰਨੀਆਂ, ਮਨੋਬਚਨੀ ਵਿਧੀ। ਤੁਹਾਨੂੰ ਦੱਸਿਆ ਵੀ ਸੀ ਵੀਣਾ ਕਿਰਦਾਰ ਬਾਰੇ ਆਂਤਰਿਕ ਮਨੋਬਚਨੀ ਵਿਧੀ ਦੇ ਨਾਲ ਗੱਲਾਂ ਕਰਦੀ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ? ਇੱਕ ਹੋਰ ਨਵਾਂ ਸਾਲ। ਇੱਕ ਤੁਸੀਂ ਬੇਟਾ ਜੀ ਆਪਣੀ ਜਿਹੜੀ ਹੈਗੀ ਹੈ ਨਾ 12ਵੀਂ ਜਮਾਤ ਵਾਲੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਤੁਸੀਂ ਇੱਕ ਇਸ ਤਰ੍ਹਾਂ ਦੀ ਕੋਈ ਮਿਲਦੀ ਜੁਲਦੀ ਕਹਾਣੀ ਵੀ ਪੜ੍ਹੋਗੇ ਮੈਨੂੰ ਲੱਗਦਾ ਹੈ। ਜਿਵੇਂ ਬੇਟਾ ਜੀ ਤੁਸੀਂ ਨਾ ਨਾਵਲ ਦੀ ਕਹਾਣੀ ਤੁਸੀਂ ਇੱਕ ਪੜ੍ਹੋਗੇ ਨਿਰੰਜਨ ਤਸਨੀਮ ਦੀ, ਨਹੀਂ ਕੋਈ ਇੱਕ ਸਵਾਰ ਸੰਤੋਖ ਸਿੰਘ ਧੀਰ ਦੀ ਕਹਾਣੀ ਹੈ ਜਿਹੜੀ, ਉਹ ਵੀ ਇਹਦੇ ਨਾਲ ਕੋਈ ਮਿਲਦੀ ਜੁਲਦੀ ਹੈ ਵੀ ਜਿਹੜੀ ਉਹ ਮਤਲਬ ਆਧੁਨਿਕ ਜਿਹੜੇ ਸਾਧਨ ਹੈ ਉਹ ਕਿਵੇਂ ਮਤਲਬ ਪੁਰਾਣੇ ਸਾਧਨਾਂ ਦੇ ਉੱਪਰ ਉਹਨਾਂ ਨੇ ਆਪਣਾ ਅਧਿਕਾਰ ਜਮਾ ਰੱਖਿਆ। ਉਹ ਹੈ ਜਿਹੜੀ ਉਹ ਆਪਾਂ ਉਹ ਕਹਾਣੀ ਕੋਈ ਇੱਕ ਸਵਾਰ ਸੰਤੋਖ ਸਿੰਘ ਧੀਰ ਦੀ ਕਿ ਉਹ ਪੜ੍ਹਾਂਗੇ ਜਦੋਂ ਫਿਰ ਤੁਹਾਨੂੰ ਉਦੋਂ ਥੋੜ੍ਹਾ ਜਿਹਾ ਹੋਰ ਇਸ ਗੱਲ ਤੋਂ ਕਲੀਅਰ ਹੋ ਜਾਊਗਾ। ਆਪਾਂ ਇੱਥੇ ਗੱਲ ਕਰ ਰਹੇ ਹਾਂ ਨਿਰੰਜਨ ਤਸਨੀਮ ਦੀ। ਨਿਰੰਜਨ ਤਸਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੀ। ਇੱਕ ਹੋਰ ਨਵਾਂ ਸਾਲ ਜਿਹੜਾ ਨਾਵਲ ਹੈ ਉਹ ਇੱਕ ਰਿਕਸ਼ਾ ਚਾਲਕ ਹੈ। ਰਿਕਸ਼ਾ ਚਾਲਕ ਕਿਹੜਾ ਹੈ? ਪੇਂਡੂ ਰਿਕਸ਼ਾ ਚਾਲਕ ਨਹੀਂ, ਸ਼ਹਿਰੀ ਰਿਕਸ਼ਾ ਚਾਲਕ। ਪ੍ਰਸ਼ਨ ਕਿਵੇਂ ਬਣਦੇ ਆ ਇਹ ਗੱਲ ਸਮਝੋ ਤੁਸੀਂ। ਸ਼ਹਿਰੀ ਰਿਕਸ਼ਾ ਚਾਲਕ ਹੈ ਇੱਕ, ਉਸ ਦੀ ਮਨੋਸਥਿਤੀ ਨੂੰ ਸ਼ਹਿਰ ਦੀ ਤਿੱਖੀ ਰਫ਼ਤਾਰ ਦੇ ਟਾਕਰੇ ਦੇ ਵਿੱਚ ਰੱਖ ਕੇ ਆਂਤਰਿਕ ਮਨੋਬਚਨੀ ਵਿਧੀ ਨੂੰ ਅਪਣਾਇਆ। ਅਗਲਾ ਹੈ ਜੀ ਜਦੋਂ ਸਵੇਰ ਹੋਈ। ਦੇਸ਼ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬੀ ਨਾਵਲਕਾਰਾਂ ਦਾ ਮਨ ਭਾਉਂਦਾ ਵਿਸ਼ਾ, ਉਹਨਾਂ ਦਾ ਮੁੱਖ ਵਿਸ਼ਾ ਕਿਹੜਾ ਰਿਹਾ? ਦੇਸ਼ ਵੰਡ। ਲਗਭਗ
हर नावलिस्ट ने, हर नावलकार ने देश वंड के नाल संबंधित नावल है जिहड़े लिखे। तो फिर निरंजन तसनीम क्यों पिछे रहूगा, उन्हें नावल लिखिया जदों सवेर होई। 1947 की वंड के दुखांत के नाल संबंधित यह नावल है बेटा जी। ये देखो जी कहानी किहड़ी है, कहानी है जिहड़ी एक मुसलमान युवती सलमा जी का नाम है, तो सिख युवक है बीरी, उस दे टुटदे प्रेम संबंधां नूं दर्शाया गया है इस नावल दे विच। नावल का नाम है जदों सवेर होई। 1947 के फसादां दे नाल संबंधित यह नावल है। देश वंड के दुखांत के नाल दोनों का प्रेम है जिहड़ा दोनों एक दूजे तो विछड़ जाते हैं। युवती का नाम है सलमा जो एक मुसलमान घराणे के नाल संबंधित है, तो युवक का नाम है बीरी, एक सिख युवक है। इन्हां दी कहानी नूं इस नावल दे विच दर्शाया गया जदों सवेर होई। अगे है जी गुआचे अर्थ। गवाचे अर्थ नावल नूं तुहानूं पता ही है साहित्य अकादमी पुरस्कार मिलिया गवाचे अर्थ नूं, है ना। हाँ, गवाचे अर्थ नूं साहित्य अकादमी पुरस्कार मिलिया। इहदे विच देश वंड तो पहलां दी गल कीती गई है। जे तां जदों सवेर होई तां देश वंड दे दुखांत नाल संबंधित है, पर गवाचे अर्थ है जिहड़ा देश वंड तो देश जदों नहीं वंडिया गया सी, जदों भारत ते पाकिस्तान दे विच कोई सीमा रेखा कोई निर्धारित नहीं की गई सी, उदों दी गल कर रहा इस नावल दे विच नावलकार। गवाचे अर्थ गवाच गए कहण दा मतलब देश वंड तो पहला सांझे सभ्याचार नूं पिछोकड़ दे विच रखिया गया। इस नावल दे विच बैकग्राउंड दा थीम जिहड़ा रखिया गया वो की रखिया गया, देश वंड तो पहला दा सांझा सभ्याचार नूं रख के ते वर्तमान दुखांत नूं पेश कीता है। उस नूं मतलब की है भी पहला जिहड़ा सभ्याचार सीगा, देश वंड तो पहला जिहड़ा सांझा सभ्याचार सीगा, उस नूं आधार बना के ते वर्तमान स्थिति है जिहड़ी उस नूं वर्तमान दुखांत नूं पेश कीता है। वैसे तो लेखक ने तुहानूं पता ही है 4 भाषावां दे विच उर्दू, हिंदी, अंग्रेजी ते पंजाबी दे विच नावल लिखे। सब तो पहला इन्हें नावल सफ़र उर्दू भाषा के तौर पर शुरू किया सीगा। सब तो पहला नावल मतलब उर्दू भाषा दे विच लिखिया सी इन्हें, पंजाबी दे विच नहीं। अगर इस तरह का कोई प्रश्न आ जाए तो तुसीं ध्यान दे विच रखना। इहदा पहला नावल है जी परछावें, 1966 दे विच लिखिया गया है। 1966 दे विच इस नावल का जिहड़ा प्रकाशित वरा है 1966 है, तो यदा नावल है, यदा नाम है जी परछावें। पहला नावल है यदा 1966 1968। फंतासी विधि द्वारा दो प्रेमियों की मुलाकात है, आंतरिक मनोबचनी विधि है। बड़ा मतलब यूनीक जी गल की है ना। परछावें नावल का विषय है फंतासी विधि, फैंटसी जिन्हों आप कह दें FANTASY, फैंटसी कल्पना जिन्हों आप कह दें। सो फैंटसी विधि, फंतासी की लिखा गया है। फैंटसी विधि के द्वारा दो प्रेमियों की मुलाकात इस नावल दे विच दिखाई गई है। आंतरिक मनोबचनी विधि है जो एक दूजे नाल गल करन दी बजाय आंतरिक मनोबचनी द्वारा गल करते हैं। वो उधर माइंड दे विच सोचती है तो ये इधर जिहड़ा वो दो प्रेमी है जिहड़े वो आपस दे विच आंतरिक मनोबचनी द्वारा गल करते हैं। कसक जिहड़ा 1967 दे विच 1967 ਦੇ ਵਿੱਚ एक नावल ਇਹਦਾ ਜਿਹੜਾ प्रकाशित होया, पति पत्नी के संबंधां विचले खोखलेपन का जिक्र किया है। क्योंकि पति पत्नी के संबंध है जिहड़े वो मतलब कि उन्हां दे उपर मानसिकता जिहड़ी इस प्रकार की भारू है भी वो दोनों मतलब कि वो एक तरह की इस तरह की खुल चाहुंदे हैं, जां उन्हां दे विचों एक कोई इस तरह की खुल चाहुंदा है, जिनसी खुल जिसनों आपां कह दिंदे आ, सरीरक खुल चाहुंदा है। वो कसक नावल दे विच इस संबंधां दे खोखलेपन नूं दर्शाया गया भी किवें वो मतलब की है भी वो अंदरों होर है ते बाहरों होर रिश्ता जिहड़ा। त्रेड़ा ते रूप 1968 दे विच चेतना प्रवाह धारा विधि की वरतों की है। त्रेड़ा ते रूप विच विधियां दा थोड़ा जिहा याद रखना तुसीं। चेतना प्रवाह धारा तुहानूं दस्सिया ही सीगा। फ्लैशबैक दे विच जाना, फ्लैशबैक दे विच जांदे हैं ना कई, एवें सोचते आज से 20 साल पहले, फिर वो 20 साल पहला की कहानी चल पैंदी है। रेत छल 1969 ये टाइम मोनताज ते स्पेस मोनताज विधियां की वरतों की है। कोई विधियां के नाम है बस जिस ध्यान दे विच रखने तुसीं। रेत छल नावल दे विच हनेरा होण तक 1971 ਦੇ ਵਿੱਚ रचिया गया ਇਹਦਾ नावल है एक हनेरा होण तक। एक ही वृतांत है, एक ही कहानी है, उसनों अगे पिछे शुरू करके एक दूजी के समानांतर अते समवित एक दूजी के समानांतर टिकाया गया है। एक ही कहानी है, एक वृतांत नूं अगे पिछे शुरू किया गया है। ये विच फ्राइड का संकल्प एडिपस ते इलैक्ट्रा कंपलैक्स नूं वस्तु समग्री बनाया गया। मैं तुहानूं दस्सिया सीगा ना भी जिनसी संबंधां का खुला जिक्र, शरीरक संबंधां दा
ਇਹ ਹੈ ਜਿਹੜਾ ਇਹ ਮਤਲਬ ਕੀ ਹੈ ਇਹ ਫਿਜ਼ੀਕਲ ਰਿਲੇਸ਼ਨ ਵਗੈਰਾ ਇਹਨਾਂ ਚੀਜ਼ਾਂ ਦਾ ਹੀ, ਕਿਉਂਕਿ ਇਹ ਇਹਨਾਂ ਦਾ ਬਹੁਤ ਆ ਮਨੋਵਿਸ਼ਲੇਸ਼ਣਵਾਦ। ਕਾਮ ਸੰਬੰਧਾਂ ਦਾ ਜ਼ਿਕਰ ਹੈ ਸਿਗਮੰਡ ਫਰਾਇਡ ਤੋਂ ਬੈਟਰ ਕੌਣ ਜਾਣਦਾ ਇਸ ਚੀਜ਼ ਨੂੰ। ਸਿਗਮੰਡ ਫਰਾਇਡ ਨੇ ਤਾਂ ਇਹ ਆਧਾਰ ਬਣਾਇਆ ਸੀਗਾ, ਤਾਂ ਉਸ ਦਾ ਜਿਹੜਾ ਉਹ ਪੂਰਾ ਪ੍ਰਭਾਵ ਇਹ ਕਬੂਲਦਾ। ਸਿਗਮੰਡ ਫਰਾਇਡ ਦੇ ਉਹ ਐਡੀਪਸ ਤੇ ਇਲੈਕਟਰਾ ਕੰਪਲੈਕਸ ਨੂੰ ਵਸਤੂ ਸਮੱਗਰੀ ਦਾ ਆਧਾਰ ਬਣਾਇਆ। ਪਿੱਛੇ ਜੇ ਇੱਕ ਬਾਬਾ ਕੈਦ ਹੋਇਆ ਸੀ, ਉਦੋਂ ਇਹ ਫਿਰ ਚਰਚਾ ਦੇ ਵਿੱਚ ਆਇਆ ਸੀਗਾ ਐਡੀਪਸ ਤੇ ਇਲੈਕਟਰਾ ਕੰਪਲੈਕਸ। ਇਹ ਜਿਹੜਾ ਤੁਸੀਂ ਆਪੇ ਇਹ ਖੋਜ ਕਰਨੀ ਹੈ, ਮੈਂ ਨਹੀਂ ਤੁਹਾਨੂੰ ਸਾਰੀ ਗੱਲ ਦੱਸਣੀ। ਹਨੇਰਾ ਹੋਣ ਤੱਕ 1971 ਇਹ ਇੱਕੋ ਬਰਤਾਂਤ ਨੂੰ ਅੱਗੇ ਪਿੱਛੇ ਸ਼ੁਰੂ ਕੀਤਾ ਗਿਆ ਇਹਦੇ ਵਿੱਚ, ਤੇ ਉਹ ਔਡੀਪਸ ਤੇ ਇਲੈਕਟਰਾ ਕੰਪਲੈਕਸ। ਤੁਸੀਂ ਸਾਰਿਆਂ ਨੇ ਸਾਈਕੋਲੋਜੀ ਪੜ੍ਹੀ ਹੋਈ ਹੈ, ਸਾਰੇ ਤੁਸੀਂ ਵਿਦਵਾਨ ਬੈਠੇ ਹੋ, ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਹਾਂਜੀ, ਇੱਕ ਹੋਰ ਨਵਾਂ ਸਾਲ ਮਜ਼ਦੂਰ ਵਰਗ ਰਿਕਸ਼ਾ ਚਾਲਕ ਦੇ ਕਠੋਰ ਜੀਵਨ ਉੱਤੇ ਸਮਾਜਿਕ ਨਾਵਲ ਹੈ ਇੱਕ। ਇਸ ਗੱਲ ਨੂੰ ਹੋਰ ਐਡ ਕਰ ਲੈਣਾ ਉੱਥੇ, ਇੱਕ ਹੋਰ ਨਵਾਂ ਸਾਲ ਦੇ ਵਿੱਚ ਇੱਥੇ ਰਿਕਸ਼ਾ ਚਾਲਕ ਹੈ ਇੱਕ ਜੋ ਮਜ਼ਦੂਰ ਵਰਗ ਹੈ। ਰਿਕਸ਼ਾ ਚਾਲਕ ਵਿਚਾਰਾ ਮਜ਼ਦੂਰ ਵਰਗ ਦੀ ਸ਼੍ਰੇਣੀ 'ਚ ਆਉਂਦਾ ਹੈ। ਉਸ ਦੇ ਕਠੋਰ ਜੀਵਨ ਦੇ ਉੱਤੇ ਇੱਕ ਸਮਾਜਿਕ ਨਾਵਲ ਹੈ ਇਹ, ਕਿਉਂਕਿ ਰਿਕਸ਼ਾ ਚਾਲਕ ਦਾ ਸੰਬੰਧ, ਰਿਕਸ਼ਾ ਚਾਲਕ ਦੇ ਜੀਵਨ ਦਾ ਸੰਬੰਧ ਸਮਾਜ ਦੇ ਨਾਲ ਹੈ। ਜਦੋਂ ਸਵੇਰ ਹੋਈ 1977 ਦੇ ਵਿੱਚ ਲਿਖਿਆ ਗਿਆ ਨਾਵਲ ਹੈ। ਹਿੰਦ ਪਾਕ ਵੰਡ ਤੋਂ ਪਹਿਲਾਂ ਸਮਾਜਿਕ ਸੱਭਿਆਚਾਰ ਪ੍ਰਸਥਿਤੀ ਦਾ ਵਰਣਨ ਕੀਤਾ ਗਿਆ ਹੈ। ਜਦੋਂ ਸਵੇਰ ਹੋਈ ਆ ਫਿਰ ਦੁਬਾਰੇ ਆ ਗਿਆ ਉਹੀ, ਠੀਕ ਹੈ, ਹਾਂ, ਜਦੋਂ ਸਵੇਰ ਹੋਈ। ਉਸ ਤੋਂ ਬਾਅਦ ਆ ਗਿਆ ਜੀ ਜੁਗਾਂ ਤੋਂ ਪਾਰ 1981 ਦੇ ਵਿੱਚ ਪੰਜਾਬੀ ਦਾ ਪ੍ਰਸਿੱਧ ਕਵੀ ਤੇ ਚਿੱਤਰਕਾਰ ਈਸ਼ਵਰ ਚਿੱਤਰਕਾਰ ਦੇ ਜੀਵਨ ਦਾ ਗਲਪੀਕਰਨ ਕੀਤਾ ਹੈ ਇਸ ਨਾਵਲ ਦੇ ਵਿੱਚ। ਇਹਦੇ ਵਿੱਚ ਇੰਪੋਰਟੈਂਟ ਲਾ ਲਓ, ਇਹ ਆਹ ਪ੍ਰਸ਼ਨ ਜ਼ਰੂਰ ਬਣਦੇ ਹੁੰਦੇ ਐਵੇਂ ਜੀ, ਇੱਥੇ ਇੰਪੋਰਟੈਂਟ ਆ। ਈਸ਼ਵਰ ਚਿੱਤਰਕਾਰ ਦੇ ਜੀਵਨ ਦੇ ਨਾਲ ਸੰਬੰਧਿਤ ਨਾਵਲ ਕਿਹਨੇ ਲਿਖਿਆ? ਤਾਂ ਇਹ ਲਿਖਿਆ ਜੀ ਨਿਰੰਜਨ ਤਸਨੀਮ ਨੇ। ਤੇ ਨਾਵਲ ਕਿਹੜਾ ਲਿਖਿਆ? ਜੁਗਾਂ ਤੋਂ ਪਾਰ। ਕਦੋਂ ਲਿਖਿਆ? 1981 ਦੇ ਵਿੱਚ। ਗਵਾਚੇ ਅਰਥ 1993 ਦੇ ਵਿੱਚ, ਜਿਹਦੇ ਉੱਪਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਹ ਜਦੋਂ ਸਵੇਰ ਹੋਈ ਦਾ ਸੀਕੁਐਂਸ ਸੀ ਇੱਕ ਤਰ੍ਹਾਂ ਦਾ। ਤਲਾਸ਼ ਕੋਈ ਸਦੀਵੀ 2000 ਦੇ ਵਿੱਚ ਲਿਖਿਆ ਗਿਆ ਮੈਟਾ ਆਲੋਚਨਾਵਾਦੀ ਨਾਵਲ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਨਿਰੰਜਨ ਤਸਨੀਮ ਨਾਵਲਕਾਰ ਵੀ ਹੈ ਅਤੇ ਨਾਵਲ ਆਲੋਚਕ ਵੀ ਹੈ। ਤੇ ਤਲਾਸ਼ ਕੋਈ ਸਦੀਵੀ 2000 ਦੇ ਵਿੱਚ, ਸਨ 2000 ਦੇ ਵਿੱਚ ਲਿਖਿਆ ਗਿਆ ਨਾਵਲ ਹੈ। ਇਹ ਇੱਕ ਮੈਟਾ ਨਾਵਲ ਹੈ। ਆਪਣੀਆਂ ਸਿਰਜਣਾਤਮਕ ਜੀਵਨ ਦੀਆਂ ਯਾਦਾਂ ਨੂੰ ਸਮਵੇਤ ਟਿਕਾ ਕੇ ਗਲਪੀ ਬਿੰਬ ਦੀ ਸਿਰਜਣਾ ਕੀਤੀ ਹੈ। ਇੱਕ ਗਲਪੀ ਬਿੰਬ ਦੀ ਸਿਰਜਣਾ ਕੀਤੀ ਹੈ, ਗਲਪ ਬਿੰਬ ਦੀ ਸਿਰਜਣਾ ਕੀਤੀ ਹੈ। ਆਪਣੇ ਜੀਵਨ ਦੀਆਂ ਯਾਦਾਂ ਨੂੰ, ਆਪਣੇ ਜੀਵਨ ਦੀਆਂ ਸਿਰਜਣਾਤਮਕ ਯਾਦਾਂ ਨੂੰ, ਆਪਣੇ ਜੀਵਨ ਦੇ ਵਿੱਚ ਜੋ ਉਸਨੇ ਰਚਨਾਵਾਂ ਕੀਤੀਆਂ ਉਹਨਾਂ ਯਾਦਾਂ ਨੂੰ ਆਧਾਰ ਬਣਾ ਕੇ ਇਹ ਨਾਵਲ ਲਿਖਿਆ ਗਿਆ। ਤਲਾਸ਼ ਕੋਈ ਸਦੀਵੀ ਇਹ ਇੱਕ ਤਰ੍ਹਾਂ ਦਾ ਆਲੋਚਨਾਤਮਕ ਨਾਵਲ ਹੈ, ਮੈਟਾ ਨਾਵਲ ਹੈ। ਮੈਟਾ ਆਲੋਚਨਾ ਹੁੰਦੀ ਹੈ, ਇੱਕ ਮੈਟਾ ਆਲੋਚਨਾਤਮਕ ਨਾਵਲ ਹੈ। ਲਓ ਜੀ, ਨਿਰੰਜਨ ਤਸਨੀਮ ਆਪਣਾ ਹੋ ਗਿਆ ਖਤਮ। ਗੱਲਾਂ ਤੁਸੀਂ ਇਹਦੀਆਂ ਧਿਆਨ ਦੇ ਵਿੱਚ ਰੱਖਣੀਆਂ ਬੇਟਾ ਜੀ। 4 ਭਾਸ਼ਾਵਾਂ ਦੇ ਵਿੱਚ ਲਿਖਣ ਵਾਲਾ ਸੰਤ ਸਿੰਘ ਸੇਖੋਂ ਨੇ ਉਸ ਨੂੰ ਕਾਰੀਗਰ ਨਾਵਲ ਕਿਹਾ। ਕਾਰੀਗਰ ਨਾਵਲ ਕਿਉਂ ਕਿਹਾ? ਕਿਉਂਕਿ ਤਕਨੀਕੀ ਤਜਰਬਿਆਂ ਦੇ ਉੱਤੇ ਲੋੜੋਂ ਵੱਧ ਧਿਆਨ ਦੇਣ ਦੇ ਕਾਰਨ। ਸੁਰਜੀਤ ਸਿੰਘ ਸੇਠੀ ਜਦੋਂ ਆਪਣੇ ਨਾਟਕਾਂ ਦੇ ਵਿੱਚ ਬਹੁਤ ਸਾਰੇ ਪ੍ਰਯੋਗ ਕਰਦਾ ਹੈ, ਬਿਲਕੁਲ ਉਵੇਂ ਹੀ ਨਿਰੰਜਨ ਤਸਨੀਮ ਆਪਣੇ ਨਾਵਲਾਂ ਦੇ ਵਿੱਚ ਬਹੁਤ ਸਾਰੇ ਪ੍ਰਯੋਗ ਕਰਦਾ ਹੈ। ਲਓ ਜੀ, ਨਿਰੰਜਨ ਤਸਨੀਮ ਆਪਣਾ ਖਤਮ। ਅਗਲੀ ਜਮਾਤ ਲੈ ਕੇ ਜੀ ਜਲਦੀ ਮਿਲਦੇ ਹਾਂ ਜੀ। ਰੱਬ ਰਾਖਾ। ਸਤਿ ਸ੍ਰੀ ਅਕਾਲ।